सत श्री अकाल, मैं गुरपाल सिंह बराड़ जिंदाबाद चैनल देख रहे हो तुसी। किसान अंदोलन ਨੂੰ तकरीबन 7 ਮਹੀਨੇ ਹੋਣ ਵਾਲੇ ਨੇ। ਹੁਣ ਤੱਕ ਅਸੀਂ किसान अंदोलन ਤੋਂ किसानां ने किन्नी ਕੁ ਜਿੱਤ ਪ੍ਰਾਪਤ ਕੀਤੀ ਹੈ, ਕਿੰਨਾ ਕੁ ਸਰਕਾਰ ਤੇ ਅਸਰ ਪਾ ਚੁੱਕੇ ਨੇ, ਇਹ ਗੱਲ ਅਹਿਮ ਹੈ। ਅੱਜ ਨਰਿੰਦਰ ਤੋਮਰ ਦਾ ਇੱਕ ਬਿਆਨ ਆਇਆ, ਉਹ ਬੜਾ ਅਹਿਮ ਹੈ, ਲੋਕਾਂ ਦੇ ਵਿੱਚ ਉਹਦੀ ਕਾਫੀ ਚਰਚਾ ਚੱਲ ਰਹੀ ਹੈ, ਕਿਉਂਕਿ ਕਾਫੀ ਸਮੇਂ ਤੋਂ ਸਰਕਾਰ ਕੋਈ ਇਸ ਚੀਜ਼ ਬਾਰੇ ਧਿਆਨ ਨਹੀਂ ਦੇ ਰਹੀ ਸੀ। ਪਹਿਲਾਂ ਜਦੋਂ ਮੋਰਚਾ ਚੱਲਿਆ ਸੀ, ਬਾਰਡਰਾਂ 'ਤੇ ਕਿਸਾਨ ਬੈਠੇ ਸੀ, ਤਾਂ ਉਦੋਂ ਸਰਕਾਰ ਦੇ ਉੱਤੇ ਦਬਾਅ ਕਾਫੀ ਨਜ਼ਰ ਆਉਂਦਾ ਸੀ, ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ। ਉਦੋਂ ਲੱਗਦਾ ਸੀ ਸਰਕਾਰ ਡਰ ਚੁੱਕੀ ਹੈ। ਫਿਰ ਉਸ ਤੋਂ ਬਾਅਦ ਇੱਕਦਮ ਕੋਈ ਗੈਪ ਆਇਆ, 26 ਜਨਵਰੀ ਦੀ ਘਟਨਾ ਤੋਂ ਬਾਅਦ ਤਾਂ ਬਹੁਤ ਹੀ ਵੱਡਾ ਗੈਪ ਆਇਆ, ਤੇ ਸਰਕਾਰ ਦੇ ਵੱਲੋਂ ਕੋਈ ਵੀ ਬਿਆਨ ਐਸਾ ਨਹੀਂ ਆਇਆ ਸੀ ਕਿਸਾਨਾਂ ਦੇ ਬਾਰੇ ਜਾਂ ਕ੍ਰਿਸ਼ੀ ਕਾਨੂੰਨਾਂ ਦੇ ਬਾਰੇ ਜਾਂ ਖੇਤੀ ਕਾਨੂੰਨ, ਇਹਨਾਂ ਦੇ ਬਾਰੇ ਸਰਕਾਰ ਨੇ ਕਦੇ ਕੁਝ ਨਹੀਂ ਕਿਹਾ ਸੀਗਾ ਕਿ ਅਸੀਂ ਇਹਨੂੰ ਰੱਦ ਕਰਾਂਗੇ ਜਾਂ ਨਹੀਂ ਕਰਾਂਗੇ। ਪਰ ਅੱਜ ਜਿਹੜਾ ਬਿਆਨ ਨਰਿੰਦਰ ਤੋਮਰ ਦਾ ਆਇਆ, ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਕ੍ਰਿਸ਼ੀ ਕਾਨੂੰਨਾਂ ਦੇ ਲਈ ਕਿਸਾਨ ਬੈਠੇ ਨੇ, ਹਾਲੇ ਤੱਕ ਵੀ ਡਟੇ ਹੋਏ ਨੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ, ਤਾਂ ਨਰਿੰਦਰ ਤੋਮਰ ਦਾ ਇਹੀ ਕਹਿਣਾ ਸੀ। ਉਹ ਕਹਿੰਦੇ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ, ਪਰ ਜਿਹੜਾ ਕਾਨੂੰਨ ਨੇ, ਖੇਤੀ ਕਾਨੂੰਨ ਨੇ, ਉਹਨਾਂ ਨੂੰ ਰੱਦ ਕਰਨ ਦੇ ਲਈ ਸਰਕਾਰ ਹਜੇ ਨਹੀਂ ਤਿਆਰ ਹੈ। ਉਹਨਾਂ ਨੇ ਫਿਰ ਦੁਬਾਰਾ ਦੁਹਰਾਉਂਦਿਆਂ ਇਹੀ ਗੱਲ ਕਹੀ ਹੈ ਕਿ ਜਿਹੜੇ ਕਾਨੂੰਨ ਨੇ, ਖੇਤੀ ਕਾਨੂੰਨ ਨੇ, ਕਿਸਾਨਾਂ ਦੇ ਲਈ ਲਾਹੇਵੰਦ ਨੇ। ਹੁਣ ਇਹ ਜਿਹੜਾ ਬਿਆਨ ਹੈ ਕੋਈ ਛੋਟਾ ਜਿਹਾ ਬਿਆਨ ਨਹੀਂ, ਇਹ ਸਾਡੇ ਮੋਰਚੇ ਵਾਸਤੇ, ਇਹ ਕਿਸਾਨਾਂ ਵਾਸਤੇ, ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਇਹ ਬਹੁਤ ਵੱਡਾ ਬਿਆਨ ਹੈ। ਹੁਣ ਇੱਥੇ ਸੋਚਣਾ ਬਣਦਾ ਕਿ ਸਰਕਾਰ ਤੇ ਕਿਸਾਨ ਹੁਣ ਤੱਕ ਅਸਰ ਕਿੰਨਾ ਕਰ ਪਾਏ ਨੇ, ਕਿ ਇੰਨਾ ਕੀ ਅਸਰ ਹੋਇਆ ਕਿ ਹਾਲੇ ਤੱਕ ਵੀ ਜੋ ਖੇਤੀਬਾੜੀ ਮੰਤਰੀ ਹੈ ਜਾਂ ਜੋ ਸਰਕਾਰ ਹੈ, ਨਰਿੰਦਰ ਤੋਮਰ ਹੈ, ਉਹ ਟਸ ਤੋਂ ਮਸ ਨਹੀਂ ਹੋਏ। ਜਦੋਂ 7 ਮਹੀਨੇ ਪਹਿਲਾਂ ਮੋਰਚਾ ਲੱਗਿਆ ਸੀ, ਉਦੋਂ ਵੀ ਸਰਕਾਰ ਦੇ ਇਹੀ ਬਿਆਨ ਸੀ, ਉਦੋਂ ਵੀ ਨਰਿੰਦਰ ਤੋਮਰ ਦਾ ਇਹੀ ਬਿਆਨ ਸੀ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਕਿਸਾਨਾਂ ਦੇ ਲਈ ਲਾਹੇਵੰਦ ਨੇ, ਤੇ ਅੱਜ ਫਿਰ ਉਹਨਾਂ ਨੇ ਇਹੀ ਗੱਲ ਨੂੰ ਦੁਹਰਾਉਂਦੇ ਕਿਹਾ ਵੀ ਲਾਹੇਵੰਦ ਨੇ। ਤਾਂ ਫਿਰ ਜਿਹੜੇ ਲੋਕ ਉੱਥੇ ਬੈਠੇ ਨੇ, ਕਿਸਾਨ ਉੱਥੇ 7 ਮਹੀਨੇ ਤੋਂ ਬੈਠੇ ਨੇ, ਉਹਨਾਂ ਦੇ ਬਾਰੇ ਸਰਕਾਰ ਬਿਲਕੁਲ ਨਹੀਂ ਸੋਚ ਰਹੀ। ਹਾਲੇ ਤੱਕ ਵੀ ਸਰਕਾਰ ਨੂੰ ਇਹ ਲੱਗਦਾ ਕਿ ਜਿਹੜੇ ਉਹ ਲੋਕ ਬੈਠੇ ਨੇ ਉਹ ਪਾਗਲ ਨੇ, ਉਹ ਰਸਤੇ ਤੋਂ ਡੇਵੀਏਟ ਹੋਏ ਨੇ, ਉਹ ਰਸਤੇ ਤੋਂ ਭੜਕੇ ਹੋਏ ਨੇ, ਉਹਨਾਂ ਨੂੰ ਆਪਣੇ ਹੱਕਾਂ ਦਾ ਨਹੀਂ ਪਤਾ। ਫਿਰ ਤੱਕ ਸਿੱਧੇ ਤੌਰ 'ਤੇ ਸਰਕਾਰ ਇਹੀ ਕਹਿਣਾ ਚਾਹੁੰਦੀ ਆ। ਉਹ ਤੁਹਾਨੂੰ ਇੱਕ ਵਾਰੀ ਨਰਿੰਦਰ ਤੋਮਰ ਦਾ ਬਿਆਨ ਦਿਖਾਈਏ, ਜਿਸ ਦੇ ਵਿੱਚ ਨਰਿੰਦਰ ਤੋਮਰ ਨੇ ਸਮੁੱਚੀਆਂ ਸਾਰੀਆਂ ਗੱਲਾਂ कही। मुझे लगता है कोई भी अस्थिरता नहीं है। भारतीय जनता पार्टी की सरकार मध्य प्रदेश में स्थायी रूप से काम कर रही है। कोरोना वायरस का समस्या सामने है, उसको ठीक से हैंडल कर रही है। बाकी जितनी अटकलें हैं ये आप सब लोगों के बुद्धि बल का ही परिणाम है। तो मेरी तो जानकारी में ऐसा कुछ है नहीं, और ना ही होने की अभी कोई सामने ऐसी संभावना दिखाई देती है। एमपी कांग्रेस का जो ट्विटर का हैंडल है, उसमें बाकायदा लिखा जा रहा है कि अगला मुख्यमंत्री मध्य प्रदेश का कौन, कुछ नाम भी दिए जा रहे हैं जो प्रदेश के बड़े नेता हैं, जिसमें आपका नाम है, कैलाश विजयवर्गीय जी का नाम है। देखिए दरअसल क्या है कि यहाँ भारतीय जनता पार्टी की सरकार, भारतीय जनता पार्टी का बहुमत है, तो भारतीय जनता पार्टी ही तय करेगी कि मुख्यमंत्री कौन होगा। भारतीय जनता पार्टी ने शिवराज सिंह जी का नाम तय किया, तो वो आज मुख्यमंत्री हैं। कांग्रेस तो भारतीय जनता पार्टी की सरकार का मुख्यमंत्री तय नहीं कर सकती। नहीं तो नाम दोबारा तय हो सकता है कुछ ऐसा? तो किसी के ट्विटर हैंडल पर कुछ भी लिखे, इसकी स्वतंत्रता सबको है। ऐसा कुछ चल रहा है क्या? मुझे नहीं, मेरी जानकारी में कुछ भी नहीं। लगातार पेट्रोल डीजल की वृद्धि हो रही है, वो विरोध प्रदर्शन कर रहे हैं। किसान और जो वामपंथी संगठन है वो लगातार कृषि बिल को लेकर विरोध प्रदर्शन जता रहे हैं। अभी तक शांति नहीं हुई है। कृषि बिल किसान के हित में है। हमने किसानों से बातचीत की है। भारत सरकार आज भी किसानों से बातचीत करने के लिए तैयार है। किसान रिपील के अतिरिक्त जो विकल्प लेकर आएंगे, सरकार उस पर चर्चा करेगी और समाधान होगा। जिस तरह एक सबसे बड़ा कारण ये भी है कि अभी जो महंगाई की स्थिति है, पेट्रोल डीजल अपनी जगह है, लेकिन खाद्य तेल की स्थिति ये हो गई है 200 तक पहुंच गया है। तो इससे लगता नहीं है कि इससे सभी तेल नहीं पहुंचे हैं। सरसों के तेल में थोड़ी सी हल्की महंगाई है, क्योंकि सरसों के तेल में सरकार ने मिलावट को बंद किया है। ये भारत सरकार का बहुत महत्वपूर्ण फैसला है। इस फैसले का फ़ायदा देश भर के किसानों को होने वाला है, जो तिलहन में काम करते हैं, सरसों में काम करते हैं। और लेकिन जो भी भाव बढ़ेंगे उन पर सरकार की निश्चित रूप से पूरी नज़र है। अभी दाल का भाव बढ़ा था,
तो हमने सारे लोगों को स्टॉक ओपन करने के लिए निर्देश दिया। स्टॉक ओपन हुआ, दाल के भाव नीचे आ गए। लेकिन अभी आपने जो सुविधाएं दी हैं कोविड काल में भी दी हैं, उसके बाद भी सोपोर, ग्वालियर और तमाम जो जिलों के लिए आसपास सुविधाएं दी हैं, तो और कितना सुविधाएं उनको मिलने वाली हैं? तीसरी लहर को लेकर क्या क्या आप करने वाले हैं? आपकी तरफ से क्या होने वाला है? नहीं, देखिए, दरअसल हमारी तरफ से कुछ नहीं होता है। सरकार की कुल मिला के कोशिश ये होती है कि अपने अंचल में जो लोग राजनीतिक रसूख रखते हैं उनका प्रतिष्ठा, उनका संबंध क्षेत्र के और जनता के काम आवे। जहाँ जहाँ सरकार ने प्रबंध किए थे वहाँ सरकार ने और केंद्र सरकार ने दोनों ने प्रबंध किए। मुझे भी मध्य प्रदेश सरकार ने कहा था कि कुछ गैप्स हैं उनको भरना है और इसलिए कुछ व्यवस्थाएं अगर अन्य स्रोत से हो सकती हैं तो ज़रूर उस मामले में बात करना चाहिए। तो इसलिए मैंने ऑक्सीजन प्लांट, डी टाइप गैस के सिलेंडर, पोर्टेबल एक्सरे मशीन और सीटी स्कैन, इस प्रकार के उपकरण उपलब्ध कराए हैं। वो ग्वालियर आ रहे हैं और क्षेत्र के सभी 8 जिलों को कुछ ना कुछ उपलब्ध होगा। आखिरी सवाल, मंत्रिमंडल का विस्तार कब तक हो रहा है? कुछ ऐसा पता लगा है? कहा जा रहा है कि सिंधिया जी भी थोड़ा सा मंत्रिमंडल का विस्तार केंद्र में प्रधानमंत्री के हाथ में होता है, राज्य में मुख्यमंत्री के हाथ में होता है। वो जब तय करेंगे तो होगा। ਸੋ ਤੁਸੀਂ ਸੁਣਿਆ ਨਰਿੰਦਰ ਤੋਮਰ ਦਾ ਬਿਆਨ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹੈ, ਪਰ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦੇ ਲਈ ਲਾਹੇਵੰਦ ਨਹੀਂ। ਕਹਿਣ ਤੋਂ ਭਾਵ ਸਰਕਾਰ ਹਲੇ ਕਾਨੂੰਨ ਵਾਪਸ ਲੈਣ ਦੇ ਲਈ ਬਿਲਕੁਲ ਤਿਆਰ ਨਹੀਂ ਹੈ। ਨੌਜਵਾਨਾਂ ਦੀਆਂ ਕਾਫੀ ਸ਼ਿਕਾਇਤਾਂ ਰਹੀਆਂ ਪਿੱਛੇ। ਮਸਲਾ ਮੋਰਚੇ ਦੇ ਵਿੱਚ ਕਾਫੀ ਮਸਲਾ ਵਧਿਆ ਰਿਹਾ ਕਿ ਨੌਜਵਾਨ ਸ਼ਿਕਾਇਤਾਂ ਕਰਦੇ ਸੀਗੇ ਕਿ ਜਿਹੜੇ ਸਾਡੇ ਕਿਸਾਨ ਨੇਤਾ ਨੇ ਉਹ ਕੀ ਅਹਿਮ ਠੋਸ ਕਦਮ ਨਹੀਂ ਲੈ ਰਹੇ। ਇਸ ਸੰਬੰਧ ਦੇ ਵਿੱਚ ਅਸੀਂ ਪਿਛਲੇ ਦਿਨੀ ਰਾਕੇਸ਼ ਟਕੈਤ ਨਾਲ ਵੀ ਇੰਟਰਵਿਊ ਕੀਤਾ ਸੀ। ਉਸ ਇੰਟਰਵਿਊ 'ਚ ਮੈਂ ਸਵਾਲ ਕੀਤਾ ਸੀ ਰਾਕੇਸ਼ ਟਕੈਤ ਨੂੰ ਕਿ ਲੋਕ ਸਵਾਲ ਕਰਦੇ ਨੇ ਕਿ ਤੁਸੀਂ ਕੋਈ ਠੋਸ ਕਦਮ ਕਿਉਂ ਨਹੀਂ ਲੈ ਰਹੇ ਤਾਂ ਕਿ ਸਰਕਾਰ ਨੂੰ ਡਰ ਲੱਗੇ। ਜਿਵੇਂ ਸਰਕਾਰ ਜਦੋਂ ਮੋਰਚਾ ਲੱਗਿਆ ਸੀ ਉਦੋਂ ਸਰਕਾਰ ਦੇ ਮਨ ਦੇ ਵਿੱਚ ਡਰ ਸੀ, ਤਾਂ ਤੁਸੀਂ ਇਹੋ ਜਿਹਾ ਕਦਮ ਕਿਉਂ ਨਹੀਂ ਲੈ ਰਹੇ। ਤਾਂ ਰਾਕੇਸ਼ ਟਕੈਤ ਨੇ ਮੈਨੂੰ ਅੱਗੋਂ ਇਹ ਗੱਲ ਪੁੱਛੀ ਕਿ ਕਿਹੜਾ ਕਦਮ ਲਈਏ। ਮਤਲਬ ਹੁਣ ਤਾਂ ਸਿਰਫ ਅਸੀਂ ਬੰਦੂਕ ਹੀ ਚੱਕ ਸਕਦੇ ਹਾਂ ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਚੱਲਣਾ ਸੀ, ਉਸ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ। ਮੈਂ ਦੁਹਰਾ ਕੇ ਰਾਕੇਸ਼ ਟਕੈਤ ਨੂੰ ਪੁੱਛਿਆ ਸੀ ਪਰ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ। ਤਾਂ ਰਾਕੇਸ਼ ਟਕੈਤ ਦਾ ਕਹਿਣਾ ਸੀ ਕਿ ਅਸਰ ਹੋਏਗਾ, ਹੌਲੀ ਹੌਲੀ ਅਸਰ ਜਿਹੜਾ ਹੁੰਦਾ ਹੈ ਉਹ ਜ਼ੋਰਦਾਰ ਅਸਰ ਹੁੰਦਾ, ਉਹਦਾ ਵੱਧ ਅਸਰ ਪੈਂਦਾ। ਪਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹ ਗੱਲਾਂ ਹਜ਼ਮ ਨਹੀਂ ਹੋ ਰਹੀਆਂ। ਨੌਜਵਾਨ ਵੀ ਕਹਿ ਲਓ ਜਾਂ ਹੋਰ ਵੀ ਬਹੁਤ ਸਾਰੇ ਲੋਕ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਸ਼ਿਕਾਇਤਾਂ ਜ਼ਰੂਰ ਨੇ ਕਿ ਸਾਡੇ ਕਿਸਾਨ ਨੇਤਾ ਜਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਇਹ ਸਾਰੀ ਕਮਾਨ ਹੈਗੀ ਹੈ ਮੋਰਚੇ ਦੀ, ਉਹ ਕੋਈ ਠੋਸ ਕਦਮ ਨਹੀਂ ਲੈ ਰਹੇ। ਉਹ ਲੰਬੇ ਸਮੇਂ ਤੱਕ ਮੋਰਚੇ ਨੂੰ ਲੈ ਕੇ ਜਾਣਾ ਚਾਹੁੰਦੇ ਨੇ। ਕਈ ਇਲਜ਼ਾਮ ਵੀ ਲਾਉਂਦੇ ਨੇ ਕਿ ਸਾਡੇ ਕਿਸਾਨ ਨੇਤਾ ਹੀ ਇਸ ਮੋਰਚੇ ਨੂੰ 2022 ਤੱਕ ਲੈ ਕੇ ਜਾਣਾ ਚਾਹੁੰਦੇ ਨੇ, ਕੋਈ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ। ਅਲੱਗ-ਅਲੱਗ ਗੱਲਾਂ ਜਿਹੜੀਆਂ ਸਾਰੀਆਂ ਮੋਰਚੇ ਦੇ ਵਿੱਚ ਆਉਂਦੀਆਂ ਨੇ। ਹਾਲਾਂਕਿ ਇਹੋ ਜਿਹੀਆਂ ਗੱਲਾਂ ਆਉਣੀਆਂ ਨਹੀਂ ਚਾਹੀਦੀਆਂ ਕਿਉਂਕਿ ਮੋਰਚੇ ਨੂੰ ਇਹ ਚੀਜ਼ਾਂ ਕਮਜ਼ੋਰ ਕਰਦੀਆਂ ਨੇ। ਪਰ ਜਿੱਥੇ ਸਰਕਾਰ ਦਾ ਰਵੱਈਆ, ਜਿੱਥੇ ਸਰਕਾਰ ਦਾ ਜਿਹੜਾ ਅੱਜ ਬਿਆਨ ਆਇਆ ਨਰਿੰਦਰ ਤੋਮਰ ਦਾ, ਉਹਨੂੰ ਦੇਖੀਏ ਤਾਂ ਬਹੁਤ ਹੀ ਚਿੰਤਾਜਨਕ ਦੀ ਸਥਿਤੀ ਬਣਦੀ ਹੈ ਕਿਉਂਕਿ ਇੰਨੇ ਮਹੀਨੇ ਹੋ ਗਏ ਇੱਕ ਬਿਆਨ ਅਸੀਂ ਸਰਕਾਰ ਦਾ ਨਹੀਂ ਬਦਲ ਸਕੇ। ਸਰਕਾਰ ਹਜੇ ਉੱਥੇ ਦੀ ਉੱਥੇ ਅੜੀ ਹੋਈ ਹੈ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਸਾਨ ਕਿਹੋ ਜਿਹਾ ਕਦਮ ਲੈਂਦੇ ਨੇ ਕਿਉਂਕਿ ਜਿੱਥੋਂ ਤੱਕ ਲੱਗਦਾ ਕਿ ਕਿਸਾਨਾਂ ਦੇ ਕਦਮ 'ਤੇ ਹੀ ਡਿਪੈਂਡ ਕਰਦਾ ਕਿ ਸਰਕਾਰ ਦੇ ਬਿਆਨ ਕਿੰਨੇ ਕੁ ਬਦਲਦੇ ਨੇ। ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਦਮ ਲੈਂਦੇ ਨੇ ਨੇਤਾਵਾਂ ਨੇ ਅਜੇ ਸੋਚਣਾ ਹੈ, ਨੇਤਾਵਾਂ ਨੇ ਅਜੇ ਮੀਟਿੰਗ ਕਰਨੀ ਹੈ। ਪਰ ਜੋ ਅੱਜ ਨਰਿੰਦਰ ਤੋਮਰ ਦਾ ਬਿਆਨ ਹੈ ਉਹ ਤੁਹਾਨੂੰ ਅਸੀਂ ਸੁਣਾਇਆ ਕਿ ਨਰਿੰਦਰ ਤੋਮਰ ਨੇ ਦੁਬਾਰਾ ਫਿਰ ਕਿਹਾ ਕਿ ਜਿਹੜਾ ਖੇਤੀ ਕਾਨੂੰਨ ਨੇ ਉਹ ਕਿਸਾਨਾਂ ਦੇ ਲਈ ਲਾਹੇਵੰਦ ਨੇ, ਜਿੱਥੇ ਪਤਾ ਲੱਗਦਾ ਕਿ ਸਰਕਾਰ ਹਾਲੇ ਤੱਕ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਨਹੀਂ ਹੈ।